ਦਿੱਤਾ। ਪਹਿਲੀ ਸਕੀਮ ਚੱਲਦੀ ਹੈ ਸਾਡੀ ਸੋਇਲ ਹੈਲਥ ਕਾਰਡ ਦੀ, ਜਿਹਦੇ ਕਿ ਕਿਸਾਨਾਂ ਦੇ ਅਸੀਂ ਕਾਰਡ ਬਣਾਉਣੇ ਹੁੰਦੇ ਆ ਤੇ ਅਸੀਂ ਹੁਣ ਤੱਕ ਘੱਟੋ ਇੱਕ ਜੀਵਨ ਜੋਤੀ ਸਕੀਮ ਯੋਜਨਾ ਦੇ ਲਾਭ ਪ੍ਰਾਪਤੀ ਲਈ ਆਏ ਹੋਏ ਹਨ, ਉਹ ਤੁਹਾਨੂੰ ਆਪਣੇ ਜ਼ਬਾਨੀ ਇਸ ਬਾਰੇ ਦੱਸਣਾ। ਤੁਹਾਡੇ ਖੇਤ ਦੇ ਵਿੱਚ ਕਿੰਨੀ ਯੂਰੀਆ ਤੁਸੀਂ ਪਾਉਣੀ ਚਾਹੀਦੀ ਆ, ਕਿੰਨੀ ਡੀਏਪੀ ਪਾਉਣੀ ਚਾਹੀਦੀ, ਪੂਰਾ ਅਪਡੇਟ ਹੋਣਾ ਪਊਗਾ, ਹਰ ਇੱਕ ਮਹਿਕਮੇ ਨਾਲ ਟੱਚ ਰਹਿਣਾ ਪਊਗਾ। ਔਰ ਜਿਹੜੀ ਗੱਲ ਮੇਨ ਆ ਪਾਣੀ ਦੀ ਔਰ ਮਿੱਟੀ ਦੇ ਸੈਂਪਲ ਬਹੁਤ ਜ਼ਰੂਰੀ ਆ। ਸੋ ਅਸੀਂ ਮਹਿਸੂਸ ਕੀਤਾ, ਮਹਿਕਮੇ ਨੇ ਸਾਡੀ ਬਹੁਤ ਮਦਦ ਕੀਤੀ। ਅਸੀਂ ਧੰਨਵਾਦੀ ਆ ਮੋਦੀ ਸਰਕਾਰ ਦੇ ਜਿਨ੍ਹਾਂ ਨੇ ਇਹ ਸਕੀਮ ਲੈ ਕੇ ਆਂਦੀ। ਸਾਡਾ ਹੈਲਥ ਕਾਰਡ ਸੋਇਲ ਹੈਲਥ ਕਾਰਡ ਬਣਿਆ ਹੋਇਆ, ਅਸੀਂ ਇਹਦਾ ਬਹੁਤ ਫਾਇਦਾ ਲਿਆ। ਕੰਟਰੋਲ ਨਾਲ ਯੂਰੀਆ ਪਾ ਰਹੇ ਔਰ ਪੂਰਾ ਆਪਦੀ ਖੇਤੀਬਾੜੀ ਦਾ ਝਾੜ ਪੂਰਾ ਲੈ ਰਹੇ ਆ। ਔਰ ਮੈਂ ਆਪਣੇ ਪਿੰਡ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ, ਤੁਸੀਂ ਵੀ ਆਪੋ ਆਪਣੇ ਮੰਨ ਲਓ ਇਹ ਮਿੱਟੀ ਦੇ ਟੈਸਟ ਕਰਾਓ ਔਰ ਇਸ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਮੰਦਰ ਸਿੰਘ ਸਾਨੋ ਪਿਰਥੀ ਸਿੰਘ ਫੈਂਟੇਣਾ, ਜ਼ਿਲ੍ਹਾ ਫਰੀਦਕੋਟ ਤੋਂ ਬੋਲ ਰਿਹਾ ਹਾਂ। ਅਸੀਂ ਜੋ ਸ੍ਰੀ ਨਰਿੰਦਰ ਮੋਦੀ ਜੀ PM ਨੇ ਸਾਡੇ ਕਿਸਾਨਾਂ ਵਾਸਤੇ ਖੇਤੀਬਾੜੀ ਨੂੰ ਉੱਚਾ ਚੁੱਕਣ ਵਾਸਤੇ ਸਕੀਮ ਚਲਾਈ ਹੈ, ਉਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸਾਨੂੰ ਹਰ ਸਾਲ ਦੇ 6000 ਰੁਪਇਆ ਪਹੁੰਚ ਰਿਹਾ ਹੈ। ਅਸੀਂ ਸ੍ਰੀ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ। ਭਾਰਤ ਸਰਕਾਰ ਵੱਲੋਂ ਜੋ ਸਕੀਮਾਂ ਚਲਾਈਆਂ ਜਾ ਰਹੀਆਂ ਉਹ CDPO ਆਫਿਸ ਰਾਹੀਂ ਦਿੱਤੀਆਂ ਜਾ ਰਹੀਆਂ। ਪੋਸ਼ਣ ਅਭਿਆਨ, ਜਿਵੇਂ ਕਿ ਪੋਸ਼ਣ ਅਭਿਆਨ ਤਹਿਤ ਬੱਚਿਆਂ ਦਾ ਪੋਸ਼ਣ ਪੱਧਰ ਉੱਚਾ ਚੱਕਣਾ, ਬੱਚਿਆਂ ਵਿੱਚ ਕੁਪੋਸ਼ਣ ਦਰ ਨੂੰ ਘਟਾਉਣਾ। ਇਹ ਸਕੀਮ ਅਸੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਅਸੀਂ ਖਾਣਾ ਭੇਜਦੇ ਹਾਂ। ਗਰਭਵਤੀ ਦੁੱਧ ਪਿਲਾਊ 0 ਤੋਂ 5 ਸਾਲ ਦੇ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਆਂਗਣਵਾੜੀ ਸੈਂਟਰਾਂ ਦੇ ਵਿੱਚ। ਉਸ ਤੋਂ ਇਲਾਵਾ ਸਾਡੇ ਕੋਲ ਇੱਕ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਆ ਜੀ। ਉਹਦੇ ਵਿੱਚ ਗਰਭਵਤੀ ਦਾ ਪਹਿਲਾ ਬੱਚਾ ਤੇ 5000 ਰੁਪਇਆ ਦਿੱਤਾ ਜਾਂਦਾ ਜੀ, ਤੇ ਦੂਸਰਾ ਬੱਚਾ ਨਵੀਂ ਸਕੀਮ ਆਈ ਹੈ, ਦੂਸਰਾ ਬੱਚਾ ਉਹ ਲੜਕੇ ਹੋਣ ਤੇ 6000 ਰੁਪਇਆ ਦਿੱਤਾ ਜਾਂਦਾ ਜੀ। ਉਹਦੇ ਅਸੀਂ ਲਾਭਪਾਤਰੀ ਨੂੰ ਮਿਲਾਉਣੇ ਆ। ਸੋ ਮੈਨੂੰ ਆਂਗਣਵਾੜੀ ਮੈਡਮਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਵੰਦਨਾ ਯੋਜਨਾ ਦੇ ਅਧੀਨ 5000 ਰੁਪਇਆ ਮਿਲਦਾ ਹੈ। ਸੋ ਇਹਨਾਂ ਨੇ ਮੇਰਾ ਫਾਰਮ ਭਰਿਆ ਅਤੇ ਮੈਨੂੰ ਇਸ ਦਾ ਲਾਭ ਪ੍ਰਾਪਤ ਹੋਇਆ। ਸੋ ਇੱਕ ਸਕੀਮ ਹੁਣ ਹੋਰ ਲਾਗੂ ਹੋ ਰਹੀ ਹੈ ਕਿ ਦੂਜਾ ਬੱਚਾ ਬੇਟੀ ਹੋਣ ਤੇ ਵੀ 6000 ਰੁਪਏ ਦਾ ਲਾਭ ਮਿਲਦਾ ਹੈ। ਸੋ ਧੰਨਵਾਦ। ਹਿੰਦੂ ਮੁਸਲਿਮ ਸਿੱਖ ਈਸਾਈ ਛੱਡੋ ਆਪਸ ਵਿੱਚ ਲੜਾਈ, ਪਰਮਾਣੂ ਨਹੀਂ ਸਾਨੂੰ ਬਚਾਉਣਾ, ਪ੍ਰਦੂਸ਼ਣ ਨੇ ਮਾਰ ਮਿਟਾਉਣਾ। ਪ੍ਰਦੂਸ਼ਣ ਤੋਂ ਛੁਟਕਾਰਾ ਪਾਈਏ, ਕਰੀਏ ਅੱਜ ਪਰਨ, ਬਚਾ ਲੋ ਵਾਤਾਵਰਨ, ਬਚਾ ਲੋ ਵਾਤਾਵਰਨ, ਬਚਾ ਲੋ ਵਾਤਾਵਰਨ, ਸੰਭਾਲੋ ਵਾਤਾਵਰਨ। ਅੰਨਦਾਤੇ ਤੋਂ ਅੱਗ ਲਾ ਕੇ ਕਿਉਂ ਬਲਦੇ ਪਏ ਕਿਸਾਨੋਂ, ਹਰੇ ਭਰੇ ਰੁੱਖ ਜੀਵ ਸਾੜ ਕੇ ਖੱਟਣਾ ਕੀ ਜਾਣੋ। ਕੁਦਰਤ ਨਾਲ ਖਿਲਵਾੜ ਕਿਉਂ ਕਰਦੇ, ਖੁਦੇ ਰਿਆਈ ਮੌਤ ਕਿਉਂ ਮਰਦੇ, ਆਪਣੇ ਪੈਰੀ ਮਾਰ ਖੁਲਾੜੀ ਲੱਗੇ ਕਿਉਂ ਮਰਨ। ਬਚਾ ਲੋ ਵਾਤਾਵਰਨ, ਬਚਾ ਲੋ ਵਾਤਾਵਰਨ, ਬਚਾ ਲੋ ਵਾਤਾਵਰਨ, ਸੰਭਾਲੋ ਵਾਤਾਵਰਨ। ਬਿਨ ਪਾਣੀ ਤੋਂ ਖਤਮ ਕਹਾਣੀ ਕਿਉਂ ਦੁਨੀਆ ਭੁੱਲ ਗਈ ਆ, ਅੰਮ੍ਰਿਤ ਵਰਗੇ ਪਾਣੀ ਅੱਗੇ ਕੱਖ ਨਹੀਂ ਏ ਰੁਪਈਆ। ਖੰਡਰ ਹੋਣੇ ਮਹਿਲ ਮੁਨਾਰੇ, ਤੂੰ ਜੋ ਰੀਝਾਂ ਨਾਲ ਉਸਾਰੇ, ਛੱਡ ਲਾਲਚ ਕਿਉਂ ਨਾਲ ਬਿਮਾਰੀਆਂ ਲੱਗੇ ਘਰ ਭਰਨ। ਬਚਾ ਲੋ ਵਾਤਾਵਰਨ, ਬਚਾ ਲੋ ਵਾਤਾਵਰਨ। ਜਦ ਨਿਕਲ ਜੰਗਲਾਂ ਚੋਂ, ਜਦ ਨਿਕਲ ਜੰਗਲਾਂ ਚੋਂ ਬੰਦਿਆ ਬਾਹਰ ਸੀ ਤੂੰ ਆਇਆ, ਜਲ ਅਗਨ ਹਵਾ ਪਾਣੀ ਤੂੰ ਸੀ ਪੂਜਣ ਯੋਗ ਬਣਾਇਆ। ਧਰਮਾਂ ਦੇ ਬੁਣ ਬੁਣ ਜਾ ਫੇਰ ਉਲਝਾ ਲਈ ਆਪਣੀ ਤਾਣੀ, ਤੂੰ ਵਾਤਾਵਰਨ ਸੰਭਾਲ ਨਹੀਂ ਤਾਂ ਤੇਰੀ ਹੋ ਜਾਊ ਖਤਮ ਕਹਾਣੀ, ਤੂੰ ਵਾਤਾਵਰਨ ਸੰਭਾਲ ਨਹੀਂ ਤਾਂ ਤੇਰੀ ਹੋ ਜਾਊ ਖਤਮ ਕਹਾਣੀ। ਤੇਰੇ ਉਦਯੋਗ
ਤੈਨੂੰ ਘੇਰਾ ਪਾਇਆ ਪਰ ਦੂਸ਼ਿਤ ਕਰ ਦਿੱਤਾ ਤੈਦਾ ਧਰਤ ਹੇਠਲਾ ਪਾਣੀ ਤੂੰ ਵਾਤਾਵਰਣ ਸੰਭਾਲ ਨਹੀਂ ਤਾਂ ਤੇਰੀ ਹੋ ਜਾਊ ਖਤਮ ਕਹਾਣੀ ਤੂੰ ਵਾਤਾਵਰਣ ਸੰਭਾਲ ਨਹੀਂ ਤਾਂ ਤੇਰੀ ਹੋ ਜਾਊ ਖਤਮ ਕਹਾਣੀ ਤੇਰੀ ਮਾਂ ਮਿੱਟੀ ਵੀ ਤਾਂ ਅੱਜ ਹੋ ਚੁੱਕੀ ਹੈ ਅਨਮੋਲੀ ਤੇਰੇ ਕੀਟਨਾਸ਼ਕਾਂ ਤੇ ਖਾਦਾਂ ਇਸ ਦੀ ਸ਼ਕਤੀ ਖੋਈ ਇਹ ਜ਼ਹਿਰਾ ਕਰਨਗੀਆਂ ਤੈਨੂੰ ਅੰਤੋਂ ਵੱਧ ਕੇ ਹਾਨੀ ਤੂੰ ਵਾਤਾਵਰਣ ਸੰਭਾਲ ਨਹੀਂ ਤਾਂ ਤੇਰੀ ਹੋ ਜਾਊ ਖਤਮ ਕਹਾਣੀ ਤੂੰ ਵਾਤਾਵਰਣ ਸੰਭਾਲ ਨਹੀਂ ਤਾਂ ਤੇਰੀ ਹੋ ਜਾਊ ਖਤਮ ਕਹਾਣੀ। ਬਹੁਤ ਵਧੀਆ ਪੇਸ਼ਕਾਰੀ ਕੀਤੀ ਬੱਚਿਆਂ ਨੇ। ਇਸ ਤੋਂ ਬਾਅਦ ਬੱਚਾ ਇੱਕ ਭੰਗੜੇ ਦੇ ਆਈਟਮ ਲੈ ਕੇ ਆ ਰਿਹਾ ਹੈ। ਫੇਰ ਬੋਲੀ ਸੀ ਪਾਈ ਰਸਤਾ ਛੋੜ ਦਿਓ ਟੀਮਕ ਦੇ ਦੀ ਆਈ ਰਸਤਾ ਛੋੜ ਦਿਓ ਟੀਮਕ ਦੇ ਦੀ ਆਈ ਰਸਤਾ ਛੋੜ ਦਿਓ ਟੀਮਕ ਦੇ ਦੀ ਆਈ ਰਸਤਾ ਛੋੜ ਦਿਓ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਅਸ਼ਰੀ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਬਿਨ ਮਰਦੇ ਜਾਵੋ ਮਾਹੀ ਵਾਂਗ ਆਪ ਬਿਨ ਤੜਪੋ ਉਲਟ ਬਾਜ਼ੀਆਂ ਖਾਵੋ ਸੱਚ ਦੱਸੋ ਜੇ ਉਸ ਵੇਲੇ ਕੋਈ ਇੱਕ ਜਲ ਪਿਆਲਾ ਲਿਆਵੇ ਕੀ ਕੁਝ ਦਿਓ ਹਜੂਰ ਉਸ ਨੂੰ ਕੀ ਕੀਮਤ ਪਾਵੇ ਹੱਸ ਕੇ ਅਕਬਰ ਕਹਿਣ ਲੱਗਾ ਜੇ ਐਸੀ ਦਸ਼ਾ ਵਿਆਪੇ ਬੰਦਾ ਰਾਜ ਦਿਆਂ ਮੁੱਲ ਐਸਦਾ ਖੁਸ਼ੀ ਨਾਲ ਮੈਂ ਆਪੇ ਇਹ ਕਹਿ ਕੇ ਉਹ ਜਲਦਾ ਪਿਆਲਾ ਘਟ ਘਟ ਸ਼ਾਹ ਚੜਾਇਆ ਫੇਰ ਬੀਰਬਲ ਨੇ ਸ਼ਾਹ ਅੱਗੇ ਸਵਾਲ ਦੂਸਰਾ ਪਾਇਆ ਦੱਸੋ ਭਲਾ ਜੇ ਇਹ ਪਾਣੀ ਹੁਣ ਦੇ ਅੰਦਰ ਰੁਕ ਜਾਵੇ ਪੇਸ਼ਾਬ ਆਪਦਾ ਜਾਨ ਪਿਆ ਤੜਫਾਵੇ ਬਚਨ ਲਈ ਇਸ ਕਸ਼ਟੋਂ ਕਿੰਨੇ ਪੀਰ ਪੈਗੰਬਰ ਸੇਵੋ ਅੱਧਾ ਰਾਜ ਮੰਗੇ ਜੇ ਕੋਈ ਦੇਵੋ ਜਾਣਾ ਦੇਵੋ ਫਿਕਰ ਹੋ ਕੇ ਸ਼ਾਹ ਬੋਲਿਆ ਜਰਾ ਢੱਲ ਨਾ ਲਾਵਾਂ ਬੇਸ਼ੱਕ ਅੱਧਾ ਰਾਜ ਭਾਗ ਮੈਂ ਫੌਰਨ ਭੇਟ ਚੜਾਵਾਂ ਹੱਸ ਕੇ ਆਖੇ ਬੀਰਬਲ ਫਿਰ ਇਸ ਤੋਂ ਸਾਬਿਤ ਹੋਇਆ ਇੱਕ ਜਲ ਪਿਆਲੇ ਦਾ ਮੁੱਲ ਹੈ ਰਾਜ ਤੁਹਾਡਾ ਗੋਇਆ ਜੋ ਅਣ ਮਿਨਿਆ ਤੁਲਿਆ ਸਭਨਾਂ ਨੂੰ ਮੁਕਤ ਪਹੁੰਚਾਵੇ ਉਸ ਰੱਬ ਸੁਥਰੇ ਦੀ ਬਖਸ਼ਿਸ਼ ਦਾ ਬੰਦਾ ਕੀ ਮੁੱਲ ਪਾਵੇ ਬੰਦਾ ਕੀ ਮੁੱਲ ਪਾਵੇ ਬੰਦਾ ਕੀ ਮੁੱਲ ਪਾਵੇ। ਸੋ ਦੇਖਿਆ ਤੁਸੀਂ ਸਿਰਫ ਇੱਕ ਪਿਆਲੇ ਜਲ ਦੇ ਪਾਣੀ धरती की जो उर्वरक क्षमता है उसको बचाना है। उसके तहत प्रधानमंत्री ने पीएम प्रणाम स्कीम लॉन्च की है, जिसके अंतर्गत अपने जो किसान भाई है उनको जो हिदायतें दी गई है और सरकार चाहती है कि जिस चीज की जितनी जरूरत है उसका उतना ही उपयोग किया जाए, एक्सेस यूज ना किया जाए, जिसके कारण धरती की सेहत बची रहे। इसके अंतर्गत रासायनिक खादों का उपयोग कम करके जैविक खादों का उपयोग बढ़ाना है, जिसके कारण भूमि की उर्वरा शक्ति बनी रहे। जैसे अपने बात करें अपनी अगर सेहत में या तबीयत में कोई दिक्कत होती है, अपने डॉक्टर के पास जाते हैं तो डॉक्टर कहता है जी आपको शुगर होगी, आपने एक्स्ट्रा चीनी नहीं लेनी, तो अपने बंद कर देते हैं ताकि अपनी सेहत बची रहे। उसी प्रकार अपनी धरती की जो सेहत है वो सबसे जरूरी है, क्योंकि अपना जो भरण पोषण सब कुछ चल रहा है इस धरती से ही चल रहा है। यहाँ से अगर अनाज पैदा होगा तो अपने सबका जीवन चलेगा, बाकी सारी बातें बाद की है, उसके बाद ही सारे काम आते हैं। अगर अनाज ही नहीं आया, अपने पेट से ही भूखे रह गए, तो उसके बाद अपना क्या स्कीमें और क्या काम आएगी। तो इसके तहत जो अपने बात करें बहुत सारी स्कीमें, उसके तहत एक जो पीएम प्रणाम है उसके तहत एक ड्रोन का जो अपने आपके बीच में पड़ा है ड्रोन, इसका भी एक महत्व है। ड्रोन का महत्व किस लिए है कि ड्रोन का महत्व इस स्कीम के तहत इसलिए है कि जब जमीन के अंदर अपने जो रासायनिक खाद्य यूज कर रहे हैं, मैनुअली अपने जब कुछ भी यूज करते हैं तो उसका कोई यूनिफॉर्मिटी नहीं है, कोई पैमाना नहीं है अपने पास। कहीं कम डल गया, कहीं ज्यादा डल गया, कहीं यूरिया की जरूरत नहीं है वहाँ यूरिया ज्यादा डल गई, और जहाँ जरूरत है वहाँ कम डली है, जिसके कारण सही तरीके से यूनिफॉर्म यूज नहीं हो पाता, जिसके कारण धरती की सेहत बिगड़ती जा रही है। तो हम इसके अंदर तहत ड्रोन से क्या, ड्रोन है जो आपके सामने दिख रहा है, इसका थोड़ी देर में हम आपको डेमोस्ट्रेशन भी दिखाएंगे ये कैसे काम करता है, कैसे यूज होता है। इसका जो सबसे बड़ी बात और सबसे बड़ी आपकी जो दो बातें हैं, दो फायदे हैं। सबसे बड़ा फायदा लेबर की बचत होती है। आज के दिन में लेबर का बहुत ज्यादा समस्या चल रही है, मजदूर बहुत कम मिल रहे हैं, जिसके कारण अपने को
स्प्रे करने में दिक्कत आ रही है, तो ये जो ड्रोन है मात्र 6 मिनट के अंदर 1 एकड़ के अंदर स्प्रे कर देता है। जैसे ड्रोन तो बहुत टाइप के हैं, लेकिन इसको स्पेशल जो खेतों के अंदर जो स्प्रे करता है, इसका नाम एग्रीबोट दिया गया है। और इसको DJI जो जो अपना एयरपोर्ट वाली जो होती है DGC है, उसके इसलिए जो पायलट होता है तो उसको बाकायदा ट्रेनिंग करके पासपोर्ट होना चाहिए, और उसको लाइसेंस, तब उसका लाइसेंस जारी होता है। SML वर्क को इसको नहीं उड़ा सकता, उसके लिए इसको लाइसेंस की जरूरत है। लाइसेंस बनने के बाद जो ट्रेंड पायलट है वो इसका ध्यान रखे, जैसे रेड जोन, जहाँ पे रेड जोन है, जहाँ पे इंटरनेशनल बॉर्डर आ गई या फिर अंदर सिक्योरिटी इश्यूज अपने जो गवर्नमेंट ने डिक्लेयर कर रखे हैं, वहाँ अपने इसका यूज नहीं कर सकते। और इसके अंदर जो सेंसर चिप लगी होती है, ऑब्जेक्ट को दूर से मतलब देख के ये अपने आप रुक जाता है, मिस हैपनिंग के लिए इतना सिस्टम है ये। और 13 लीटर पानी के अंदर, जैसे कि वैसे आप यूज़ करते हैं पानी का, तो 1 एकड़ के अंदर स्प्रे करने के लिए तो 200 लीटर पानी की जरूरत पड़ती है। अभी तो हमारे पास NFL के अंदर बठिंडा एक ड्रोन है, तो हम क्या करते हैं, जब भी फील्ड डेमोस्ट्रेशन होता है, तो लास्ट ईयर गवर्नमेंट ने एक 200-250 की बोतल है, 600 की बोतल है, 600 की बोतल है ये 1 एकड़ के अंदर पूरी यूटिलाइज होगा, एफिशिएंसी बढ़ेगी। अपने फार्म बॉटल का कितना आएगा? 600 रुपये 1 एकड़ ਲਈ। ਗ੍ਰਾਮ ਪੰਚਾਇਤ ਵਿੱਚੋਂ ਇਹ ਵੈਨ ਜਾਊਗੀ ਤੇ ਅਸੀਂ ਉਸ ਵਿੱਚ ਸਾਰੇ ਸਕੂਲ ਦੇ ਬੱਚੇ, ਉਸ ਪਿੰਡ ਦੇ ਵਸਨੀਕ ਸਾਰਿਆਂ ਨੂੰ ਅਸੀਂ ਦੱਸ ਰਹੇ ਹੈਗੇ ਕਿ ਸਕੀਮ ਦਾ ਲਾਭ ਕੀ ਹੈਗਾ। ਤੇ ਅਸੀਂ ਹਰ ਇੱਕ डिपार्टमेंट वहाँ पे फॉर्म्स लेके भी बैठा हुआ है कि कोई अगर रह गया है, वांछित रह गया है, तो वो फॉर्म भर ले। ਅਸੀਂ ਅਗਲੇ 7-10 ਦਿਨਾਂ ਦੇ ਅੰਦਰ ਉਸ ਫॉर्म्स ਨੂੰ ਪ੍ਰੋਸੈਸ ਕਰਕੇ ਬੰਦਾ ਲਾਭ ਉਹਨਾਂ ਨੂੰ ਦੇ ਦਿਆਂਗੇ। ਮੇਜਰ ਸਕੀਮਸ ਹੈਗੀ ਬੈਂਕ ਦੀ 4-5 ਸਕੀਮਸ ਹੈਗੀ ਜਿਹੜੇ इंश्योरेंस सेक्टर वाली हैगी, जनधन योजना भी हैगी, सुरक्षित बीमा योजना, अटल पेंशन योजना, दैन फर्टिलाइजर, नैनो फर्टिलाइजर ਨੂੰ ਪ੍ਰਮੋਟ ਕਰਨ ਦੀ ਵੀ ਸਕੀਮ ਹੈਗੀ ਇਸ ਵਿੱਚ, ਜਿਸਦਾ ਡੈਮੋ ਡਰੋਨ ਰਾਹੀਂ ਕੀਤਾ ਜਾਊਗਾ ਇੱਕ ਫੀਲਡ ਵਿੱਚ। उसके अलावा जो आटा दाल राशन वाली स्कीम हैगी, इस तरह से आवास योजना हैगी, तो काफ़ी उत्साह दिख रहा हैगा ਤੇ ਬੱਚਿਆਂ ਨੂੰ ਵੀ ਪਤਾ ਲੱਗ ਰਿਹਾ ਹੈਗਾ। ਤੇ ਇਸ ਸਕੀਮ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀ ਬੰਦਾ ਰਹਿ ਗਿਆ ਹੈ ਉਹ ਜ਼ਰੂਰ ਕਵਰ ਹੋ ਜਾਏ। ਤੇ ਉਹਨਾਂ ਨੂੰ ਵੈਨ ਆਈ ਹੈਗੀ ਆਪਣੇ ਜ਼ਿਲ੍ਹੇ ਵਿੱਚ, ਤੇ ਇੱਕ ਵੈਨ ਦਿਨ ਵਿੱਚ 2 ਪੰਚਾਇਤਾਂ ਨੂੰ ਕਵਰ ਕਰ ਰਹੀ ਹੈ। 2-2 ਘੰਟੇ ਦਾ ਅਸੀਂ ਰੱਖਿਆ ਹੈਗਾ। ਤੇ ਅੱਜ ਜਦੋਂ ਅਸੀਂ ਅੱਜ यहाँ टहना हैगे, दूसरा पिंड पक्का हैगा, उसी तरीके से सरगुड़ी ਤੇ ਰਾਮਿਆਣਾ ਪਿੰਡ ਅਸੀਂ ਉੱਧਰ ਜਾ ਰਹੇ ਹੈਗੇ। ਚੈਤੋ में काम सिमिलरली प्रोग्राम चल रहा हैगा। ਤੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਚੱਲ ਰਿਹਾ ਹੈਗਾ, ਰੋਪੜ ਤੇ ਬਰਨਾਲਾ ਆਈ ਥਿੰਕ ਉਹਨਾਂ ਵਿੱਚ ਵੀ ਚੱਲਿਆ, ਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਅੱਜ ਨਹੀਂ ਤਾਂ ਕੱਲ੍ਹ ਸਟਾਰਟ ਹੋ ਜਾਣਾ ਹੈ ਜਦੋਂ ਭਾਰਤ ਸਰਕਾਰ ਦੀ ਇਹੀ ਐਫਰਟ ਹੈਗੀ ਹੈ ਕਿ ਜਿੰਨੀਆਂ ਸਕੀਮਾਂ ਗਰੀਬਾਂ ਦੇ ਤੇ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਚਲਾਈਆਂ ਜਾ ਰਹੀਆਂ ਨੇ, ਉਹਨਾਂ ਦੀ ਅਵੇਅਰਨੈਸ ਜਨਰੇਸ਼ਨ ਕਰਾਈ ਜਾਵੇ ਤੇ ਜਿਹੜੇ ਬੈਨੀਫੀਸ਼ਰੀਜ਼ ਨੇ ਉਹਨਾਂ ਦੀ ਆਪਣੀ ਜ਼ੁਬਾਨੀ ਉਹਨਾਂ ਨੂੰ ਕੀ ਬੈਨੀਫਿਟ ਪ੍ਰਾਪਤ ਹੋਇਆ ਹੈ ਉਹ ਲੋਕਾਂ ਨੂੰ ਦੱਸਿਆ ਜਾਵੇ। ਜਿਸ ਤਰ੍ਹਾਂ ਇੱਥੇ ਅੱਜ ਦੱਸਿਆ ਗਿਆ ਕਿ PMJ ਯਾਨੀ ਕਿ ਆਯੁਸ਼ਮਾਨ ਭਾਰਤ ਜਿਹੜੀ ਸਕੀਮ ਹੈਗੀ ਹੈ, ਉਹਦੇ ਤਹਿਤ ਲੋਕਾਂ ਨੂੰ ਕੀ ਬੈਨੀਫਿਟ ਮਿਲਿਆ ਹੈ। ਆਵਾਸ ਯੋਜਨਾ, ਗਰੀਬ ਕਲਿਆਣ ਯੋਜਨਾ, ਸਭ ਨੇ ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਨੇ ਇੱਥੇ, ਤਾਂ ਕਿ ਦੂਸਰੇ ਲੋਕਾਂ ਨੂੰ ਵੀ ਪਤਾ ਚੱਲੇ ਤੇ ਉਹਨਾਂ ਦੇ ਹੀ ਪਿੰਡ ਦੇ ਰਹਿਣ ਵਾਲਿਆਂ ਨੂੰ ਜੇ ਬੈਨੀਫਿਟ ਪ੍ਰਾਪਤ ਹੋ ਸਕਦਾ ਹੈ ਤੇ ਉਹਨਾਂ ਨੂੰ ਕਿਉਂ ਨਹੀਂ ਹੋ ਸਕਦਾ। ਤੇ ਉਹ ਦੂਸਰਾ ਮਕਸਦ ਇਹੀ ਹੈਗਾ ਇਸ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਕਿ ਅਸੀਂ ਪੂਰੀ ਸੈਚੂਰੇਸ਼ਨ ਕਰਵਾਈਏ ਸਕੀਮਾਂ ਦੀ,
ਤੇ ਇੱਥੇ ਬਹੁਤ ਸਾਰੇ ਵਿਭਾਗ ਇੱਥੇ ਮੌਜੂਦ ਨੇ ਤੇ ਅਨਾਉਂਸਮੈਂਟ ਕੀਤੀ ਜਾ ਰਹੀ ਸੀ 2 ਦਿਨ ਪਹਿਲਾਂ ਤੋਂ ਬੁੱਧਵਾਰੇ ਤੋਂ ਕਿ ਇੱਥੇ ਆਣਗੇ। ਅੱਜ ਸਕੀਮ ਇੱਥੇ ਯਾਤਰਾ ਇੱਥੇ ਆਊਗੀ ਤੇ ਆਪਣੇ ਜਿੰਨੇ ਵੀ ਬੈਨੀਫਿਟ ਲੈਣੇ ਨੇ ਉਹ ਆਪਣੇ ਕਾਗਜ਼ ਪੱਤਰ ਲੈ ਕੇ ਆਉਣ ਤਾਂ ਕਿ ਇੱਥੇ ਹੀ ਉਹਨਾਂ ਦਾ ਕੰਮ ਹੋ ਜਾਵੇ। ਗੱਲ ਕਰਤੀ ਜਾਵੇ ਤੇ ਜਿਸ ਤਰ੍ਹਾਂ ਆਯੁਸ਼ਮਾਨ ਭਾਰਤ ਦੇ ਤਹਿਤ ਕਾਰਡ ਇੱਥੇ ਬਣ ਜਾਣ, ਆਪਣੇ ਕਾਗਜ਼ ਪੱਤਰ ਦੇ ਦੇਣਗੇ ਤੇ ਅਗਲੇ ਹਫਤੇ 10 ਦਿਨਾਂ ਤੱਕ ਉਹਨਾਂ ਦੇ ਕਾਰਡ ਬਣਨ ਦੀ ਚੇਸ਼ਟਾ ਇੱਥੇ ਪੂਰੀ ਕੀਤੀ ਜਾਵੇ। ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਹੜਾ ਪ੍ਰੋਗਰਾਮ ਪ੍ਰਧਾਨ ਮੰਤਰੀ ਜੀ ਵੱਲੋਂ ਬਣਾਇਆ ਗਿਆ, ਹਰੇਕ ਪਿੰਡ ਦੇ ਵਿੱਚ, ਹਰੇਕ ਵਾਰਡ ਦੇ ਵਿੱਚ, ਹਰੇਕ ਬੂਥ ਦੇ ਉੱਪਰ ਜੋ ਵੀ ਸਾਡੇ ਲਾਭਪਾਤਰੀ ਹੈ ਜਾਂ ਜਿਨ੍ਹਾਂ ਨੂੰ ਕੋਈ ਵੀ ਤਕਲੀਫ ਹੈ, ਕੋਈ ਉਹਨਾਂ ਨੂੰ ਲਾਭ ਨਹੀਂ ਮਿਲ ਰਹੇ, ਉਹ ਲਾਭ ਪਹੁੰਚਾਉਣ ਵਾਸਤੇ ਇਹ ਪ੍ਰੋਗਰਾਮ ਸਿੱਧਾ ਸੈਂਟਰ ਸਰਕਾਰ ਵੱਲੋਂ, ਮੋਦੀ ਜੀ ਵੱਲੋਂ ਉਲੀਕਿਆ ਗਿਆ। ਔਰ ਇਸ ਦੇ ਵਿੱਚ ਪੰਜਾਬ ਗੌਰਮੈਂਟ ਦੀ ਅਫਸਰਾਂ ਦੀ ਡਿਊਟੀਆਂ ਜੋ ਲੱਗੀਆਂ ਉਹ ਇਹ ਹੈ ਕਿ ਜਿਨ੍ਹਾਂ ਨੂੰ ਕੋਈ ਨਹੀਂ ਲਾਭ ਮਿਲ ਰਹੇ ਉਹ ਸ਼ਿਕਾਇਤਾਂ ਵੀ ਇੱਥੇ ਸੁਣਨ ਔਰ ਉਹਨਾਂ ਨੂੰ ਸਿੱਧਾ ਲਾਭ ਵੀ ਪਹੁੰਚਾਇਆ ਜਾਵੇ। ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਜੋ ਉਪਰਾਲਾ ਹੈ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਹਰੇਕ ਲਾਭਪਾਤਰੀ ਨੂੰ ਉਸ ਨੂੰ ਲਾਭ ਮਿਲ ਸਕੇ ਉਸ ਦੇ ਵਾਸਤੇ ਇਹ ਜਿਹੜਾ ਹੈਗਾ ਪ੍ਰੋਗਰਾਮ ਹੈ ਲਿਖਿਆ ਗਿਆ। ਨਹੀਂ, ਹਰੇਕ ਵਰਗ ਨੂੰ ਇਸ ਦੇ ਵਿੱਚ ਜਿਹੜੇ ਲਾਭਪਾਤਰੀ ਹੈ, ਜਿਹੜੀਆਂ ਸਕੀਮਾਂ ਵੱਖਰੀਆਂ ਸਕੀਮਾਂ ਦੇ ਵਿੱਚ ਜਿਨ੍ਹਾਂ ਨੂੰ ਜੋ ਲਾਭ ਮਿਲਣਾ ਹੈ ਉਹ ਸਾਰੇ ਹੀ ਇਨਵੋਲਵ ਹੈ। ਔਰ ਇਹ ਜਿਹੜੀ ਸਕੀਮ ਹੈ ਕੋਈ ਵੀ ਇਸ ਤੋਂ ਵਾਂਝਾ ਨਾ ਰਹੇ, ਇਸ ਕਰਕੇ ਨੋਡਲ ਅਫਸਰਾਂ ਦੀ ਇਹ ਡਿਊਟੀ ਲਾਈ ਗਈ ਹੈ ਕਿ ਜਿਹੜੇ ਵੀ ਲਾਭਪਾਤਰੀ ਹੈ ਉਹਨਾਂ ਨੂੰ ਅਗਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਉਹਨਾਂ ਦੀ ਸ਼ਿਕਾਇਤ ਸੁਣ ਕੇ ਉਹਨਾਂ ਦੇ ਕੰਮ ਕੀਤੇ ਜਾਣ।